क्यों दुबईयों आया, इन्होंने सद्या, ये फैर मार के दूसरे दिन वापस भज गया दुबई। मैं कहना ਜਿਹੜੇ ਗੱਡੀਆਂ ਲੈ ਕੇ ਫਿਰ ਇਹਨਾਂ ਨੇ ਅੱਲਾਹ ਤਾਲਾ ਇਹਨਾਂ ਨੂੰ ਰੋਡ ਦੇ ਉੱਤੇ ਇਦਾਂ ਟੰਗੇ ਨਾ ਸਾਰੀ ਫੈਮਿਲੀ ਇਹਨਾਂ ਦੀ ਜਾਵੇ। ਐਸਪੀ ਸਾਹਿਬ ਗਏ ਖੁਦ ਮਮਾਲੀ ਇਹ ਚਰਸਾ ਪੀਂਦਾ ਸ਼ਰਾਬ ਪੀਂਦਾ, ਇਹਨੂੰ ਹੋਸ਼ ਹੀ ਨਹੀਂ ਹੈਗਾ। ਦੂਸਰੇ ਸ਼ਾਦੀ ਦਾ ਚੱਕਰ ਸੀਗਾ ਵੀ ਚੱਲ ਤੂੰ ਇਹਨੂੰ ਖਤਮ ਕਰ ਦੇ। ਐਸਐਚਓ ਨਾਲ ਤਫਤੀਸ਼ੀ ਨਾਲ ਮਿਲ ਮਿਲਾ ਕੇ ਇਹਨਾਂ ਨੇ ਇਹ ਕੰਮ ਕੀਤਾ। ਇਹ ਪਤਾ ਨਹੀਂ ਕੋਈ ਮਾਂ ਦਾ ਪੁੱਤਰ ਹੈਗਾ ਸੀ ਜਿਹੜਾ ਰੱਬ ਨਵਾਜ਼ ਹੈਗਾ। ਰੱਬ ਨਵਾਜ਼ ਤਾਂ ਬੜਾ ਇੰਨਾ ਨਾਂ ਸੋਹਣਾ ਹੈਗਾ, ਔਰ ਨਾਮ ਨੂੰ ਵੀ ਇਹਨੇ ਲਾਜ ਲਾ ਕੇ ਰੱਖਤੀ। ਉੱਡ ਵੀ ਆ ਗਈ, ਤੂੰ ਇਹਨਾਂ ਨੂੰ ਫੜੋ। ਅਸੀਂ ਕਿੱਦਾਂ ਫੜ ਲਈਏ, ਇਹ नहीं फड़, तुसी सुलह कर लो ना, ਤੁਹਾਨੂੰ ਕੀ ਹੈਗਾ, ਤੁਸੀਂ सुलह क्यों नहीं करते। अस्सलाम वालेकुम नाज़रीन, मैं हूं एडी मलिक और व्याड़ी में इस वक्त मौजूद हूं। 11 माह पहले ससुराल में एक और बेटी को बेदर्दी से कत्ल कर दिया गया और उससे बढ़कर उस बेटी के कत्ल का सौदा करने वाले आपके और मेरे टैक्स पर पलने वाले हमारे पुलिस अफसरान ने इस तरह से उस बच्ची के कत्ल को बेच दिया और फिर उसके कत्ल के सौदे में जो मिली हुई रकम थी उस रकम में फिर इन्होंने गाड़ियां खरीदी और आज उन्हीं गाड़ियों में बैठकर ये लोग किस तरह से अपने घर में अपनी माँ बहन बेटी के सामने मुंह दिखाते होंगे कि ये गाड़ी हमने किसके पैसों से ख़रीदी है। किस तरह से इनकी बेटी को कत्ल किया गया और इनकी बेटी का जुर्म क्या था और आज तक ससुराल में मरने वाली बेटियों के जुर्म का हमें पता नहीं चल सका कि उनका क्या जुर्म है था कि जिसकी वजह से उनको कत्ल कर दिया जाता है। किस तरह से इनकी बेटी को मारा गया, कितने मुलजमान पुलिस ने गिरफ़्तार किए और केस इनका अब कहाँ तक है, या फिर इनको क्यों ज़रूरत पड़ी कि बेटी के 11 माह कत्ल होने के बाद आज आपके सामने मदद की अपील करने के लिए खड़े हैं। क्या नाम है सर आपका? खान मोहम्मद। खान मोहम्मद, की होया सी ਤੁਹਾਡੀ बेटी ਦੇ ਨਾਲ ਤੇ ਤੁਹਾਡੀ बेटी ਦਾ ਕੀ ਨਾਮ ਹੈਗਾ? सना बीबी। सना ਨੂੰ ਕਿਵੇਂ ਕਤਲ ਕੀਤਾ? ਸਨਾ ਨੂੰ ਅਸੀਂ ਗਏ ਆ ਘਰੋਂ, ਸਾਨੂੰ ਪਤਾ ਲੱਗਿਆ ਵੀ ਉਹ ਜਵਾਤਰਾ ਉਹ ਲੈ ਕੇ ਨੱਸ ਗਿਆ। ਕੀ ਦਮਾ ਨਾਮ ਸੀ? ਅਰਸ਼ੀਦ ਵੀ ਦੂਸਰੀ ਮਾਈ ਨੂੰ ਲੈ ਕੇ ਨੱਸ ਗਿਆ ਉਹ। ਸਾਨੂੰ ਪਤਾ ਹੋਰ ਲੜਕੀ ਨੂੰ ਲੈ ਕੇ ਨਸਾ ਕੇ ਲੈ ਗਿਆ। ਉਹ ਲੜਕੀ ਨੂੰ ਅਬਦੁਲ ਹਕੀਮ ਤੋਂ। ਤੁਹਾਨੂੰ ਪਤਾ ਨਹੀਂ ਸੀ ਹੈ ਕਿ ਤੁਹਾਡਾ ਦਮਾਦ ਐਵੇਂ ਦੀਆਂ ਹਰਕਤਾਂ ਕਰਦਾ ਹੈ? ਸਾਨੂੰ ਪਤਾ ਸੀਗਾ ਤੇ ਨਹੀਂ ਉਹ ਪਤਾ ਸੀ ਤਾਂ ਸਾਡੀ ਬੱਚੀ ਸੀ, ਉਹ ਰਹਿਮ ਦਿਲ ਸੀ। ਉਹਨੇ ਕਿਹਾ ਅੱਲਾ ਨੇ ਮੈਨੂੰ ਬੱਚਾ ਦੇ ਦਿੱਤਾ, ਤੁਸੀਂ ਅੱਬੂ ਤੁਸੀਂ ਨਾ ਕੁਝ ਕਿਹਾ ਸੀ ਉਹਨੂੰ, ਨਾ ਕਿਹਾ ਜੀ ਅੱਲਾ ਤਾਲਾ ਇਹਨੂੰ ਠੀਕ ਕਰ ਦੇਗਾ, ਆਸਤੇ ਆਸਤੇ ਮੁੜ ਆਏਗਾ ਵਾਪਸ, ਤੁਸੀਂ ਨਹੀਂ ਕੁਝ ਕਹਿਣਾ। ਤੁਹਾਡਾ ਦਮਾਦ ਕਿਸੇ ਹੋਰ ਨੂੰ, ਤੁਹਾਡੀ ਧੀ ਦੀ ਸੋਤਨ ਨੂੰ ਲੈ ਕੇ ਨਸ ਗਿਆ, ਤੁਹਾਡੀ ਬੇਟੀ ਉਹਦੇ ਬਾਰੇ ਚੈੱਕ ਕਰਦੇ ਸੀ ਜਦੋਂ ਨਸਿਆ ਉਦੋਂ ਨਹੀਂ, ਪਹਿਲੇ ਦੀ ਗੱਲ ਕਰ ਰਹੇ। ਅਸੀਂ ਕਹਿ ਰਹੇ ਸੀ ਵੀ ਇੱਦਾਂ ਇੱਦਾਂ ਕਰ ਰਹੇ ਆ, ਅਸੀਂ ਇਹਨੂੰ ਕਹਿੰਦੇ ਨਹੀਂ ਅੱਬੂ ਤੁਸੀਂ ਨਹੀਂ ਕਹਿਣਾ, ਤੇ ਅੱਲਾ ਖੈਰ ਕਰੇਗਾ ਵਾਪਸ ਆ ਜਾਏਗਾ, ਕੋਈ ਨਹੀਂ, ਅੱਲਾ ਨੇ ਮੈਨੂੰ ਬੱਚਾ ਦੇ ਦਿੱਤਾ ਹੈਗਾ ਤੇ ਮੈਨੂੰ ਲੱਖ ਸ਼ੁਕਰ ਹੈਗਾ। ਬੜੀ ਸਬਰ ਵਾਲੀ ਸੀ, ਸਾਨੂੰ ਰੋਕਦੀ ਸੀ। ਇਹਨਾਂ ਫਿਰ ਅਸੀਂ ਘਰ ਗਏ, ਘਰੇ ਫਿਰ ਇਹਨਾਂ ਦੀ ਪੂਰੀ ਫੈਮਿਲੀ ਨੂੰ ਮਿਲਿਆ। ਅਸੀਂ ਕਿਹਾ ਵੀ ਅਸੀਂ ਬੱਚੀ ਨੂੰ ਲੈ ਕੇ ਜਾਣਾ, ਅਸੀਂ ਤੁਹਾਡਾ ਬੱਚਾ ਇਹ ਹਰਕਤ ਕਰ ਗਿਆ ਤੇ ਸਾਡੀ ਜ਼ਰੂਰਤ ਕੀ ਸਾਨੂੰ ਇੱਥੇ ਛੱਡਣ ਦੀ। ਇਹਨਾਂ ਦਾ ਵਾਲਦ ਸੱਸ ਵਾਲਦ ਇਹ ਸਾਰੇ ਘਰ ਦੀ ਪੂਰੀ ਫੈਮਿਲੀ, ਇਹਦਾ ਸ਼ਬੀਰ, ਇਹਦਾ ਜਵਾਤਰਾ ਇਹ ਵੀ ਉੱਥੇ ਸੀ, ਇਹਨਾਂ ਦੀ ਬੇਟੀ ਵੀ ਉੱਥੇ ਸੀਗੀ। ਇਹਨਾਂ ਦੇ ਸਾਹਮਣੇ ਮੈਂ ਕਿਹਾ ਮੈਂ ਲੈ ਕੇ ਜਾਣਾ। ਇਹਨਾਂ ਨੇ ਸਾਰਿਆਂ ਨੇ ਕਿਹਾ ਵੀ ਨਹੀਂ ਲੈ ਕੇ ਨਾ, ਜੇ ਤੁਸੀਂ ਲੈ ਕੇ ਜਾਓਗੇ ਤੇ ਫਿਰ ਅਸੀਂ ਤੁਹਾਡੇ ਨਾਲ ਨਾਰਾਜ਼ ਹੋਵਾਂਗੇ। ਅਸੀਂ ਜਾਣੀ ਉਹ ਮੁੰਡਾ ਜਾਣੇ ਤੇ ਤੁਹਾਡੀ ਬੱਚੀ ਨੂੰ ਕੋਈ ਹਰਕਤ ਹੋ ਗਈ ਅਸੀਂ ਬੈਠੇ ਆ, ਅਸੀਂ ਖਿਆਲ ਕਰਾਂਗੇ, ਅਸੀਂ ਤੁਹਾਡੀ ਬੱਚੀ ਦੇ ਨਾਲ ਹੈਗੇ ਤੇ ਤੁਸੀਂ ਤੁਹਾਡੀ ਧੀ ਦੇ ਸਹੁਰੀਏ ਕਹਿ ਰਹੇ ਸੀ? ਹਾਂ ਸਹੁਰੇ ਕਹਿ ਰਹੇ ਸੀ ਵੀ ਅਸੀਂ ਤੁਹਾਡੀ ਬੱਚੀ ਦੇ ਨਾਲ ਆ, ਤੁਸੀਂ ਟੈਨਸ਼ਨ ਨਹੀਂ ਲੈਣੀ। ਇੰਨੇ ਅੱਛੇ ਸਸੁਰਾਲ ਵਾਲੇ ਸੀ ਤੇ ਫਿਰ ਤੁਹਾਡੀ ਬੇਟੀ ਨੂੰ ਕਤਲ ਕਿਉਂ ਕਰ ਦਿੱਤਾ? ਸਾਨੂੰ ਕੀ ਪਤਾ ਸੀ ਇਹਨਾਂ ਦਾ ਪ੍ਰੋਗਰਾਮ ਬਣਿਆ ਹੋਇਆ ਸੀ ਕਤਲ ਕਰਨ ਦਾ, ਇਸੇ ਤਰੀਕੇ ਨਾਲ ਤਾਂ ਉਹਨਾਂ ਨੇ ਰੱਖਿਆ। ਤੇ ਉਹ ਸ਼ਾਮ ਨੂੰ ਜਦੋਂ ਅਸੀਂ ਘਰ ਆਏ, ਘਰ ਆ ਕੇ ਉਹ ਜੁਮਾ ਪੜਿਆ, ਜੁਮਾ ਪੜ੍ਹ ਕੇ ਅਸੀਂ ਰੋਟੀ ਖਾਧੀ, ਰੋਟੀ ਖਾ ਕੇ 3-4 4:30 ਦਾ ਟਾਈਮ ਸੀਗਾ। ਅਸੀਂ ਕਾਲ ਕੀਤੀ ਇਹਦੀ ਸੱਸ ਨੂੰ, ਬੱਚੀ ਦੀ ਸੱਸ ਨੂੰ। ਇਹਨੇ ਕਾਲ ਹੋ ਕੇ ਕਿਤੇ ਕਰਾਉਣੀ ਗੱਲ ਕਾਲ ਨੂੰ ਕੱਟਤਾ। ਸਾਨੂੰ ਦਿਲ 'ਚ ਵਹਿਮ ਪੈ ਗਿਆ ਵੀ ਇਹ ਕੋਈ ਚੱਕਰ ਹੈਗਾ। ਅਸੀਂ ਫਿਰ ਮੇਰਾ ਬੇਟਾ, ਬੱਚੇ ਮੇਰੇ, ਅਸੀਂ ਤਿੰਨੇ ਮੋਟਰਸਾਈਕਲ 'ਤੇ ਅਸੀਂ ਗਏ। ਅਸੀਂ ਦੇਖਿਆ ਤੇ ਉੱਤੇ ਮਰਡਰ ਹੋਇਆ ਪਿਆ, ਉੱਤੇ ਉਹਨੂੰ ਲਾ ਕੇ ਥੱਲੇ ਲਿਆਂਦਾ। ਤੁਹਾਡੀ ਧੀ ਨੂੰ ਜਦੋਂ ਤੁਸੀਂ ਉਹਦੇ ਘਰ ਗਏ ਤੇ ਉਹਨੂੰ ਮਾਰ ਚੁੱਕੇ ਸੀ? ਮਾਰ ਚੁੱਕੇ ਸੀਗੇ। ਕਿਵੇਂ ਮਾਰਿਆ ਸੀ? ਕੋਈ ਫੰਦਾ ਲਗਾਇਆ ਸੀ? ਕੀ ਕੀਤਾ ਸੀ? ਫੈਰ ਮਾਰਿਆ ਸੀ ਸਰ ਉਹਨੂੰ, ਗੋਲੀਆਂ ਮਾਰੀਆਂ ਸੀ? ਹਾਂ ਗੋਲੀਆਂ ਮਾਰੀਆਂ ਤੇ ਫਿਰ ਉਹ ਨੱਸ ਗਏ। ਤੇ ਦੂਸਰੇ ਜਿਹੜੇ ਇਹਨਾਂ ਦੇ ਜਿਹੜੇ ਅਗਵਾਹ ਬਣੇ ਫਿਰਦੇ ਹੈਗੇ ਜਿਹੜੇ ਨਾਲ ਅਰਜਮਾਨ ਰੱਜੂ ਇਹ ਸਾਰੇ, ਇਹਨਾਂ ਨੇ ਚੱਕ ਕੇ ਇਹਨਾਂ ਨੂੰ ਥੱਲੇ ਲਿਆ ਕੇ, ਮਾਈ ਨੂੰ ਥੱਲੇ ਲਿਆਇਆ ਤੇ ਇਹਨੂੰ ਗੱਡੀ 'ਚ ਪਾ ਕੇ ਲੈ ਕੇ ਵੀ ਅਸੀਂ ਚੈੱਕ ਕਰਾ ਕੇ ਲਿਆਉਂਦੇ ਵੀ ਡਾਕਟਰ ਨੂੰ ਪਤਾ ਸਾਹ ਚੱਲਦੇ। ਬੇਟੀ ਤਾਂ ਉੱਤੇ ਹੀ ਖਤਮ ਹੋ ਗਈ ਸੀ। ਇਹਨਾਂ ਨੇ ਵਕੂਆ ਖਤਮ ਕਰਨ ਦੇ ਚੱਕਰ ਦੇ ਵਿੱਚ ਇਹਨਾਂ ਨੂੰ ਥੱਲੇ ਲਾਇਆ। ਜਦੋਂ ਅਸੀਂ 15 ਨੂੰ ਕਾਲ ਕੀਤੀ, ਇਹਨਾਂ ਦਾ ਕੰਮ ਸੀਗਾ ਮਈਅਤ ਉੱਥੇ ਹੀ ਪਈ ਰਹੇ। 15 ਆਉਂਦੇ, ਉਹ ਦੇਖਦੇ, ਸਾਰਾ ਕੁਝ ਚੈੱਕ ਕਰਦੇ, ਫਿਰ ਥੱਲੇ ਲਾਉਂਦੇ। ਤੇ ਪੁਲਿਸ ਤੁਹਾਡੀ 15 ਤੇ ਕਾਲ ਕਰਨ ਤੋਂ ਬਾਅਦ ਕਿੰਨੀ ਦੇਰ ਬਾਅਦ ਪਹੁੰਚੀ ਸੀ?
15-20 ਮਿੰਟਾਂ ਬਾਅਦ ਪਹੁੰਚੀ। ਉਹ ਤਾਂ ਇਹਨਾਂ ਨੇ ਥਾਣੇ ਕਾਲ ਕਰਤੀ ਨਾ, ਇਹਨਾਂ ਨਾਲ ਤਾਂ ਮਿਲ ਮਿਲਾ ਇਹਨਾਂ ਨਾਲ ਹੋਇਆ ਹੋਇਆ ਸੀ, ਐਸਐਚਓ ਨਾਲ ਵੀ ਆ, ਤਫਤੀਸ਼ੀ ਨਾਲ ਵੀ, ਰੱਬ ਨਮਾਜ਼ ਨਾਲ। ਇਹਨਾਂ ਨੇ ਆ ਕੇ ਦੇਖਿਆ ਖੋਲ, ਇਹਨਾਂ ਨੇ ਫੋਨ ਜਿਹਾ ਖੋਲ, ਇੱਧਰ ਉੱਧਰ ਦੇਖਦੇ ਖੋਲ ਨਹੀਂ ਲੱਭ ਰਿਹਾ। ਆਖਰ ਕਮਰੇ ਦੇ ਵਿੱਚ ਫਾਇਰ ਲੱਗਿਆ ਤੇ ਖੋਲ ਤਾਂ ਹੋਣਾ ਸੀ ਨਾ, ਤੇ ਇਹਨਾਂ ਨੇ ਉਹ ਖੋਲ ਗਾਇਬ ਕਰਤਾ। ਨਹੀਂ, ਫਾਇਰ ਤੁਹਾਡੀ ਬੇਟੀ ਨੂੰ ਕਿਸ ਜਗ੍ਹਾ ਤੇ ਵੱਜਿਆ ਸੀ? ਇੱਥੇ ਵੱਜਿਆ ਸੀ ਸਾਰੇ ਨੇ, ਕੰਨ ਪੱਟੀ ਤੇ ਫਾਇਰ ਵੱਜਿਆ ਸੀ? ਹਾਂ ਕੰਨ ਫੱਟੀ ਤੇ ਵੱਜਿਆ ਸੀ। ਜੇ ਉਹਦੇ ਨਾਂ ਤੇ ਰੰਗ ਦੇ ਨਿਸ਼ਾਨ ਨਹੀਂ, ਕਿਧਰੇ ਤੁਹਾਡੀ ਬੇਟੀ ਨੇ ਖੁਦਕੁਸ਼ੀ ਤੇ ਨਹੀਂ ਕੀਤੀ? ਨਹੀਂ ਸਰ, ਖੁਦਕੁਸ਼ੀ ਕੀਤੀ ਹੁੰਦੀ ਅਸੀਂ ਐਸ ਨੌਬਤ ਤੋੜੀ ਪਹੁੰਚਣਾ ਹੀ ਨਹੀਂ ਸੀ। ਅਸੀਂ ਇਹੀ ਕਹਿਣਾ ਵੀ ਸਾਡੀ ਬੱਚੀ ਤੋਂ ਗਲਤੀ ਹੋ ਗਈ, ਚੱਲ ਕੋਈ ਨਹੀਂ, ਇਹਨਾਂ ਦੀ ਗਲਤੀ ਨਹੀਂ, ਸਾਡੀ ਬੱਚੀ ਦੀ ਗਲਤੀ ਹੋ ਗਈ, ਚਲੋ ਅੱਲਾਹ ਤਾਲਾ ਉਹਨੂੰ ਜੰਨਤ ਦੇਗਾ। ਅਸੀਂ ਸਬਰ ਕਰਕੇ ਬਹਿ ਜਾਣਾ ਸੀ, ਪਰ ਜਦੋਂ ਇਹਨਾਂ ਨੇ ਮਾਰਿਆ ਸਾਨੂੰ ਸਬਰ ਨਹੀਂ ਹੁੰਦਾ ਸਰ। ਕਿਹਨੇ ਗੋਲੀ ਮਾਰੀ ਤੁਹਾਡੀ ਬੇਟੀ ਨੂੰ ਫਿਰ? ਸ਼ਫੀਕ ਨੇ ਮਾਰੀ ਸਰ। ਸ਼ਫੀਕ ਕੌਣ ਹੈਗਾ? ਉਹਦਾ ਦੇਵਰ ਹੈਗਾ ਸਰ, ਅਰਸ਼ੀਦ। ਦੇਵਰ ਨੂੰ ਕੀ ਤਕਲੀਫ ਸੀ ਤੁਹਾਡੀ ਬੇਟੀ ਨੂੰ ਕਤਲ ਕਰਨ ਦੀ? ਬਸ ਇਹਨਾਂ ਨੇ ਪੈਸੇ ਦਾ ਕਮਾਂਡ ਸੀਗਾ, ਦੁਬਈ ਜਾਂਦੇ ਸੀ, ਅਕਾਊਂਟ ਹੈਂਗਰ ਸੀਗੇ, ਵੀਗੋ ਗੱਡੀਆਂ ਇਹਨਾਂ ਦੇ ਥੱਲੇ, ਦੋ ਤਿੰਨ ਗੱਡੀਆਂ ਇਹਨਾਂ ਦੇ ਕੋਲੇ, ਤੇ ਇਹਨਾਂ ਨੂੰ ਦੂਸਰੇ ਸ਼ਾਦੀ ਦਾ ਚੱਕਰ ਸੀਗਾ ਵੀ ਚੱਲ ਤੂੰ ਇਹਨੂੰ ਖਤਮ ਕਰ ਦੇ। ਐਸਐਚਓ ਨਾਲ ਤਫਤੀਸ਼ੀ ਨਾਲ ਮਿਲ ਮਿਲਾ ਕੇ ਇਹਨਾਂ ਨੇ ਇਹ ਕੰਮ ਕੀਤਾ ਵੀ ਅਸੀਂ ਜਾਣੀਏ ਤੇ ਸਾਡਾ ਕੰਮ ਜਾਣੇ, ਅਸੀਂ ਕਤਲ ਨੂੰ ਅਸੀਂ ਆਪ ਹੀ ਰੱਦ ਬਦਲ ਕਰ ਦਿਆਂਗੇ। ਤੁਸੀਂ ਜਦੋਂ ਪਰਚਾ ਦਰਜ ਕਰਵਾਇਆ ਸੀ ਉਹਦੇ ਚ ਕਿੰਨੇ ਬੰਦੇ ਨਾਮਜ਼ਦ ਕੀਤੇ ਸੀ? ਅਸੀਂ ਨਾਮਜ਼ਦ 3 ਬੰਦੇ ਕੀਤੇ। ਜਿਹੜਾ ਨਾਮ ਸੀ ਇਹਨਾਂ ਦਾ? ਇੱਕ ਦਿਨ ਰਫੀਕ, ਅਰਸ਼ੀਦ, ਸ਼ਫੀਕ। ਤੇ ਫਾਇਰ ਕਿੰਨੇ ਮਾਰਿਆ ਸੀ? ਸ਼ਫੀਕ ਨੇ। ਸ਼ਫੀਕ ਨੇ ਕਿਹਦੇ ਕਹਿਣ ਤੇ ਗੋਲੀ ਮਾਰੀ ਜਾਂ ਫਿਰ ਉਹਨੇ ਵੈਸੇ ਗੋਲੀ ਮਾਰ ਦਿੱਤੀ? ਉਹ ਇਹਨਾਂ ਦੇ ਅਰਸ਼ੀਦ ਦੇ ਤੇ ਰਫੀਕ ਦੇ, ਇਹਨਾਂ ਦੇ ਕਹਿਣ ਤੇ, ਇਹਨਾਂ ਦੇ ਮਸ਼ਵਰੇ ਨਾਲ। ਕਿਉਂ ਇਹ ਦੁਬਈਓਂ ਆਇਆ, ਇਹਨਾਂ ਨੂੰ ਸੱਦਿਆ, ਇਹ ਫਾਇਰ ਮਾਰ ਕੇ ਦੂਸਰੇ ਦਿਨ ਵਾਪਸ ਭੱਜ ਗਿਆ ਦੁਬਈ। ਫਿਰ ਇਹਨਾਂ ਨਾਲ ਪੁਲਿਸ ਨਾਲ ਕਨੈਕਟ ਹੋਇਆ ਇਹਨਾਂ ਦਾ, ਫਿਰ ਉਹਨੂੰ ਸੱਦਿਆ। ਜਦੋਂ ਤੁਹਾਡਾ ਮੁਕੱਦਮਾ ਦਰਜ ਹੋ ਗਿਆ, ਪੁਲਿਸ ਨੇ ਫਿਰ ਮੁਲਜ਼ਮਾਨ ਯਕੀਨਨ ਗ੍ਰਿਫਤਾਰ ਕੀਤੇ ਹੋਣਗੇ, ਤੇ ਕਿਹਨੂੰ ਗ੍ਰਿਫਤਾਰ ਕੀਤਾ ਸੀ? ਕੀਤਾ ਹੀ ਨਹੀਂ ਇਹਨਾਂ ਨੇ ਕਿਹਨੂੰ ਵੀ ਗ੍ਰਿਫਤਾਰ ਸਰ। ਅਸੀਂ ਕਿਹਾ ਵੀ ਚਲੋ ਦੂਸਰਿਆਂ ਨੂੰ ਨਾ ਫੜੋ, ਮੁਜਰਮ ਨੂੰ ਤਾਂ ਫੜੋ ਨਾ, ਮਾਰਨ ਵਾਲੇ ਨੂੰ ਤਾਂ ਫੜੋ ਨਾ। ਨਹੀਂ ਫੜਿਆ ਇਹਨਾਂ ਨੇ, ਇਹ ਬੇਗੁਨਾਹ ਹੈ, ਅਸੀਂ ਇਹਨਾਂ ਨੂੰ ਕਿੱਦਾਂ ਫੜ ਲਈਏ, ਸਾਨੂੰ ਧਮਕੀਆਂ ਦਿੰਦੇ ਸੀ ਸਰ। ਕੌਣ ਤੁਹਾਨੂੰ ਧਮਕੀਆਂ ਦਿੰਦਾ ਸੀ? ਇਹ ਸਾਨੂੰ ਡੀਐਸਪੀ, ਐਸਪੀ ਸਾਹਿਬ, ਇਹ ਦੋਨੇ ਸਾਨੂੰ ਧਮਕੀਆਂ ਦਿੰਦੇ। ਜੇ ਐਸਐਚਓ ਜੇ ਥਾਣੇ 'ਚ ਬੈਠਾ ਐਵੇਂ ਉਹਨਾਂ ਨੂੰ ਨਾਲ ਲੈ ਕੇ ਫਿਰਦਾ ਜਿਵੇਂ ਘਰ ਆ ਇਹਨਾਂ ਦਾ। ਇਹ ਕਿਹੜੇ ਥਾਣੇ ਦੇ ਵਿੱਚ ਤੁਸੀਂ ਪਰਚਾ ਕਰਵਾਇਆ ਸੀ? ਠਿੰਗੀ ਥਾਣੇ 'ਚ। ਇਹ ਐਸਐਚਓ ਨੂੰ ਗੱਡੀ ਮਿਲੀ, ਇਹਨੂੰ ਆਲਟੋ ਕਾਰ ਮਿਲੀ ਆ, ਇਹਨਾਂ ਨੂੰ ਪੈਸੇ ਦੂਸਰਿਆਂ ਨੂੰ ਵੀ ਚੰਗੇ ਮਿਲੇ। ਇਹਨਾਂ ਦਾ ਐਸਪੀ ਦਾ, ਡੀਐਸਪੀ ਦਾ ਕੀ ਕੰਮ, ਰਾਤ ਨੂੰ 2 ਵਜੇ ਆ ਕੇ ਅਲਖਾਰੀ ਨੂੰ ਉਠਾਣਾ, ਤਫਤੀਸ਼ੀ ਨੂੰ ਉਠਾ ਕੇ ਉਹਨਾਂ ਕੋਲੇ ਲਿਖਾਣਾ ਹੈ ਵੀ ਬੇਗੁਨਾਹ ਹੈ। ਤੁਸੀਂ ਕਿਹਾ ਜੀ ਗੱਡੀ ਦਿੱਤੀ ਐਸਐਚਓ ਨੂੰ, ਇਹ ਗੱਡੀ ਕਿਹਨੇ ਦਿੱਤੀ ਸੀ ਤੇ ਕਿਹੜੇ ਪੈਸਿਆਂ ਦੀ ਕਿਉਂ ਦਿੱਤੀ? ਇਹ ਇਸੇ ਵਜ੍ਹਾ ਤੋਂ ਦਿੱਤੀ ਨਾ ਵੀ ਕਤਲ ਨੂੰ ਰੱਦੋ ਬਦਲ ਕੀਤਾ ਜਾਏ, ਕਤਲ ਨੂੰ ਖੁਦਕੁਸ਼ੀ ਦਾ ਰੰਗ ਦੇ ਦਿੱਤਾ ਜਾਏ। ਹਾਂ, ਰੰਗ ਦਿੱਤਾ ਜਾਏ ਵੀ ਜੋ ਤੁਸੀਂ ਮੂੰਹ ਚੋਂ ਕੱਢੇ ਹੋਏ ਅਸੀਂ ਉਹਨੇ ਪੈਸੇ ਦੇ। ਕਿਉਂ ਇਹਨਾਂ ਦੀ ਭੈਣ ਵੀ ਜਿਹੜੀ ਸੀ ਨਾ, ਉਹ ਸਾਡੇ ਪਿੰਡ ਦੇ ਵਿੱਚ ਵਿਆਹੀ ਹੈ, ਉਹ ਵੀ ਤਾਨੇ ਮਾਰਦੀ ਸੀ ਮੇਰੇ ਭਰਾਵਾਂ ਕੋਲੇ ਇਹਨੇ ਬੋਰੀਆਂ ਪੈਸਿਆਂ ਦੀਆਂ ਹੈਗੀਆਂ, ਜੋ ਜਿੱਥੇ ਵੀ ਮਰਜ਼ੀ ਭੱਜ ਲੈਣ, ਮੇਰੇ ਭਰਾਵਾਂ ਦਾ ਕੁਝ ਨਹੀਂ ਕਰ ਸਕਦੇ, ਅਸੀਂ ਪੈਸੇ ਦੇ ਦਿਆਂਗੇ। ਅਸੀਂ ਪੈਸੇ ਸਾਬਤ ਕਰ ਦਿੱਤਾ, ਕੁਝ ਨਹੀਂ ਕਰ ਸਕੇ ਤੁਸੀਂ। ਉਹੀ ਗੱਲ ਹੋਈ ਆ, ਉਹ ਪੈਸੇ ਇਹਨਾਂ ਨੂੰ ਮਿਲ ਗਏ ਤੇ ਕੁਝ ਨਹੀਂ ਸਾਡਾ ਕੀਤਾ ਹੈਗਾ। ਅੱਲਾਹ ਤਾਲਾ ਹੈ। ਨਹੀਂ, ਤਫਤੀਸ਼ੀ ਨੇ ਜਦੋਂ ਤੁਹਾਡੇ ਮੁਕੱਦਮੇ ਦੀ ਤਫਤੀਸ਼ ਕੀਤੀ, ਮੁਲਜ਼ਮਾਨ ਨੂੰ ਸ਼ਾਮਲੇ ਤਫਤੀਸ਼ ਕੀਤਾ, ਗ੍ਰਿਫਤਾਰ ਕੀਤਾ ਜਾਂ ਨਹੀਂ ਕੀਤਾ, ਉਹਨੇ ਕੀ ਤਫਤੀਸ਼ ਕੀਤੀ, ਤੁਹਾਨੂੰ ਕੀ ਤਸੱਲੀਆਂ ਦਿੰਦਾ ਰਿਹਾ ਸੀ? ਸਾਨੂੰ ਇਹੀ ਤਸੱਲੀਆਂ ਦਿੰਦਾ ਰਿਹਾ, ਜਿਹੜੀ ਫਰਮਾਸ਼ਨ ਰਿਪੋਰਟ ਹੈ ਨਾ ਵੀ ਆਏਗੀ ਤਾਂ ਅਸੀਂ ਐਕਸ਼ਨ ਲਵਾਂਗੇ, ਇਹਨਾਂ ਨੂੰ ਫੜਾਂਗੇ, ਇਹਨਾਂ ਨੂੰ ਪਹਿਲੇ ਅਸੀਂ ਨਹੀਂ ਫੜ ਸਕਦੇ। ਤੇ ਫੋਰੈਂਸਿਕ ਰਿਪੋਰਟ ਆਈ ਤੇ ਉਹਦੇ 'ਚ ਕੀ ਲਿਖਿਆ ਸੀ? 15 ਦਿਨ ਇਹਨਾਂ ਨੇ ਸਾਨੂੰ ਦੱਸਿਆ ਹੀ ਨਹੀਂ ਵੀ ਰਿਪੋਰਟ ਆ ਗਈ। 15 ਦਿਨ ਦੱਸਿਆ ਨੇ, ਉਹ ਵੀ ਸਾਡਾ ਭਾਈ, ਮੇਰਾ ਭਾਈ ਡੀਪੀਓ ਨੂੰ ਮਿਲਿਆ, ਉਹਨੂੰ ਪੁੱਛਿਆ, ਉਹਨੇ ਫਿਰ ਡੀਪੀਓ ਨੇ ਫਿਰ ਥਾਣੇ ਕਾਲ ਕੀਤੀ ਵੀ ਇੱਦਾਂ ਦਾ ਉਹ ਰਿਪੋਰਟ ਆ ਗਈ। ਉਹਨੇ ਕਿਹਾ ਆ ਗਈ, ਕਿੰਨੇ ਦਿਨ ਹੋ ਗਏ? 15 ਦਿਨ ਹੋ ਗਏ। 15 ਦਿਨ ਤੋਂ ਬਾਅਦ ਅਸੀਂ ਲਈ ਸਰ। ਉਸ ਰਿਪੋਰਟ ਦੇ ਵਿੱਚ ਕੀ ਲਿਖਿਆ ਸੀ? ਉਹਦੇ 'ਚ ਵੀ ਉਹਨਾਂ ਦੇ ਹੱਥ ਦੇ ਨਿਸ਼ਾਨ ਨਹੀਂ ਸੀਗੇ। ਅੱਛਾ। ਤੇ ਉਹ ਸਾਫ਼ ਜ਼ਹਿਰ ਨਜ਼ਰ ਆਉਂਦਾ ਸੀ ਵੀ ਬੱਚੀ ਦੇ ਕਾਤਲ ਨੇ, ਇਹਨਾਂ ਨੇ ਕਤਲ ਕੀਤਾ। ਅਸੀਂ ਡੀਐਸਪੀ ਨੂੰ ਕਿਹਾ ਵੀ ਸਾਰੇ ਹੁਣ ਤਾਂ ਤੁਸੀਂ ਰਿਪੋਰਟ ਦਾ ਕਹਿੰਦੇ ਸੀ, ਹੁਣ ਆ ਰਿਪੋਰਟ ਵੀ ਆ ਗਈ, ਤੁਸੀਂ ਇਹਨਾਂ ਨੂੰ ਫੜੋ। ਅਸੀਂ ਕਿੱਦਾਂ ਫੜ ਲਈਏ? ਇਹ ਨਹੀਂ ਫੜ, ਤੁਸੀਂ ਸੁਲਾਹ ਕਰ ਲਓ ਨਾ, ਤੁਹਾਨੂੰ ਕੀ ਹੈਗਾ, ਤੁਸੀਂ ਸੁਲਾਹ ਕਿਉਂ ਨਹੀਂ ਕਰਦੇ? ਹਾਂ, ਮੈਂ ਕਿਹਾ ਸਰ ਸਾਡੀ ਬੱਚੀ ਮਾਡਲ ਹੋਈ ਆ, ਅਸੀਂ ਸੁਲਾਹ ਕਿਵੇਂ ਕਰ ਲਈ? ਇਹਨਾਂ ਨੂੰ ਅੰਦਰ ਕਰੋ, ਉਹ ਬਾਅਦ ਦਾ ਮਸਲਾ ਸੁਲਾਹ ਦਾ। ਪਹਿਲਾਂ ਇਹਨਾਂ ਦੀ ਤੁਸੀਂ ਤਫਤੀਸ਼ ਇੱਕ ਦਿਨ ਵੀ ਨਹੀਂ ਕੀਤੀ, ਇਹਨਾਂ ਨੇ ਇੱਕ ਦਿਨ ਵੀ ਅੰਦਰ ਲੈ ਕੇ ਇਹਨਾਂ ਦੇ ਥੱਪੜ ਹੀ ਨਹੀਂ ਮਾਰਿਆ ਇਹਨਾਂ ਨੇ ਸਰ। ਤਫਤੀਸ਼ੀ ਨੇ ਕੋਈ ਕਾਰਵਾਈ ਨਹੀਂ ਕੀਤੀ? ਕੋਈ ਨਹੀਂ ਸਾਡੇ ਨਾਲ ਕੀਤੀ ਸਰ, ਨਾ ਤਫਤੀਸ਼ੀ ਨੇ ਕੀਤੀ, ਨਾ ਐਸਐਚਓ ਨੇ ਕੀਤੀ, ਨਾ ਡੀਐਸਪੀ ਨੇ ਕੀਤੀ, ਨਾ ਐਸਪੀ ਨੇ ਕੀਤੀ। ਕੀ ਵਜ੍ਹਾ ਹੈ? ਇਹਨਾਂ ਦੀਆਂ ਕੋਈ ਘਰ ਦੇ ਵਿੱਚ ਕੋਈ ਆਪਣੀਆਂ ਧੀਆਂ ਭੈਣਾਂ ਨਹੀਂ ਹੈ? ਇਹਨਾਂ ਦੇ ਔਤਰੇ ਨਕਤਰੇ ਹੈਗੇ ਨੇ। ਮੈਂ ਤਾਂ ਕਹਿੰਦਾ ਜਿਹੜੇ ਗੱਡੀਆਂ ਲੈ ਕੇ ਫਿਰ ਇਹਨਾਂ ਦੇ ਅੱਲਾਹ ਤਾਲਾ ਇਹਨਾਂ ਨੂੰ ਰੋਡ ਦੇ ਉੱਤੇ ਇੱਦਾਂ ਟੰਗੇ ਨਾ ਸਾਰੀ ਫੈਮਿਲੀ ਇਹਨਾਂ ਦੀ ਜਾਵੇ। ਕਿਉਂ ਜੇ ਸਾਡੇ ਨਾਲ ਜ਼ੁਲਮ ਕੀਤਾ, ਅੱਲਾਹ ਤਾਲਾ ਇਹਨਾਂ ਨਾਲ ਵੀ ਜ਼ੁਲਮ ਕਰੀ, ਇਹਨਾਂ ਨੂੰ ਵੀ ਗੱਡੀ ਦੇ ਥੱਲੇ ਦੇਈ, ਇਹਨਾਂ ਨੂੰ ਜਿਨ੍ਹਾਂ ਨੇ ਮੇਰੇ ਨਾਲ ਜ਼ੁਲਮ ਕੀਤਾ ਹੈਗਾ। ਇਹਨਾਂ ਦਾ ਕੰਮ ਸੀ ਹੋਰ ਕੰਮ ਕਰਦੇ ਰਹਿੰਦੇ। ਜਿਹੜਾ ਕਤਲ ਦਾ ਕੇਸ, ਇਹਨੂੰ ਤਾਂ ਸਾਹਮਣੇ ਲਿਆਉਣਾ ਚਾਹੀਦਾ ਸੀ ਨਾ,
ਇਹਨਾਂ ਨੂੰ ਤਾਂ ਹੱਕ ਕਰਨਾ ਚਾਹੀਦਾ ਸੀ ਨਾ। ਇਹ ਕੁਰਾਨ ਚੱਕ ਕੇ ਹਲਫ ਚੱਕ ਕੇ ਡਿਊਟੀਆਂ ਤੇ ਖੜੇ ਹੁੰਦੇ ਆ, ਅਸੀਂ ਇਨਸਾਫ ਕਰਾਂਗੇ। ਇਹ ਸਾਡੇ ਨਾਲ ਇਨਸਾਫ ਹੋ ਰਿਹਾ। ਆਈਜੀ ਸਾਹਿਬ, ਮਰੀਮ ਨਵਾਜ਼, ਤੁਹਾਡੇ ਅੱਗੇ ਅਪੀਲ ਹੈਗੀ, ਸਾਡਾ ਇਨਸਾਫ ਕਰੋ, ਇਹਨਾਂ ਨੂੰ ਹਦਾਇਤ ਦਿਓ ਤੇ ਇਹਨਾਂ ਦੇ ਨੋਟਿਸ ਲਓ। ਇਹਨਾਂ ਨੇ ਕਿਉਂ ਪੈਸੇ ਲੈ ਕੇ ਇਹ ਕੰਮ ਕੀਤੇ ਹੈਗੇ, ਗੱਡੀਆਂ ਕਿਉਂ ਲਈਆਂ ਨੇ ਇਹਨਾਂ ਨੇ? ਤੇ ਤੁਸੀਂ ਆਪਣੇ ਇਲਾਕੇ ਦੇ ਡੀਪੀਓ ਨੂੰ, ਆਰਪੀਓ ਨੂੰ, ਸੀਪੀਓ ਨੂੰ ਕਿਸੇ ਨੂੰ ਨਹੀਂ ਜਾ ਕੇ ਮਿਲੇ ਵੀ? ਅਸੀਂ ਆਰਪੀਓ ਕੋਲੇ ਵੀ ਗਏ ਆ। ਆਰਪੀਓ ਨੇ ਸਾਡਾ ਬੋਰਡ ਬਣਾਇਆ, ਠੀਕ ਹੈ, ਬੋਰਡ ਬਣਾ ਵੀ 8 ਦਿਨਾਂ ਬਾਅਦ ਤੁਹਾਨੂੰ ਸੱਦਾਂਗੇ। 8 ਦਿਨਾਂ ਤੋਂ ਬਾਅਦ ਅਸੀਂ ਕਾਲ ਕੀਤੀ, ਰੱਦੋ ਬਦਲ ਕਰਤਾ ਆਰਪੀ ਨੂੰ। ਉਹਨੂੰ ਵੀ ਮਿਲ ਕੇ ਮਾਲ ਹੀ ਇੰਨਾ ਸੀ ਨਾ, 2 ਨੰਬਰੀ ਦਾ ਮਾਲ ਸੀ, ਕੋਟ ਹੈਂਗਰ ਸੀ ਤੇ ਬੀਜ ਤੇ ਲਿਆਂਦੇ ਸੀ, ਉਹ ਵੀ ਬੇਈਮਾਨ ਹੋ ਗਿਆ। ਕੀ ਕੰਮ ਕਰਦੇ ਗਏ ਨੇ ਤੁਹਾਡੇ ਦਿਮਾਗ ਤੇ ਉਹਦੇ ਭਰਾ ਜਿਹੜੇ ਨੇ? ਇਹ ਕਾਊਂਟ ਹੈਂਗਰ ਨੇ ਦੁਬਈ 'ਚ, ਇਹ ਡੀਲਿੰਗਾਂ ਕਰਦੇ ਨੇ। ਅਕਾਊਂਟ ਜਿਹੜੇ ਬੈਂਕ ਅਕਾਊਂਟ ਨੇ ਉਹ ਹੈਕਰ ਹੈਗੇ ਨੇ? ਹਾਂ, ਕਾਊਂਟ ਹੈਂਗਰ ਹੈ, ਬੈਂਕ ਅਕਾਊਂਟ ਇਹ ਫਾੜਦੇ ਨੇ। ਇਹਨਾਂ ਕੋਲੇ ਪੈਸਾ ਹੈਗਾ, ਇਹ ਮਸਤੀ ਨਾਲ ਤੇ ਨਾਲ ਇਹ ਕੰਮ ਕੀਤਾ। ਇਹ ਤੇ ਗੈਰ ਕਾਨੂੰਨੀ ਕੰਮ ਕਰਦਿਆਂ ਨੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਿਉਂ ਕੋਈ ਨਹੀਂ ਕਰਦਾ ਵੀ? ਕਿਉਂ? ਇਹ ਥਾਣੇ ਦੇ ਵਿੱਚ ਇਦਾਂ ਬਹਿੰਦੇ ਜਿਵੇਂ ਇਹਨਾਂ ਦੇ ਘਰ ਹੈਗੇ ਨੇ। ਹਰ ਚੀਜ਼ ਉਹਨਾਂ ਨੂੰ ਮਿਲਦੀ ਆ, ਪੈਸਾ ਖੁੱਲਾ ਮਿਲਦਾ, ਐਸਪੀ ਤੱਕ ਡੀਐਸਪੀ ਤੱਕ ਸਾਰਾ ਮਿਲਦਾ। ਹੁਣ ਜਿਹੜਾ ਅਮਲਾ ਸਾਡੀ ਵਿਹਾੜੀ ਜ਼ਿਲ੍ਹੇ 'ਚ ਹੈਗਾ, ਉਹ ਸਾਰਾ ਠੀਕ ਹੀ ਥਾਣੇ ਵਾਲਾ ਐਸਐਚਓ ਥਾਣੇਦਾਰ ਉਹ ਵੀ ਤਬਦੀਲ ਹੋ ਗਿਆ, ਡੀਐਸਪੀ ਤਬਦੀਲ ਹੋ ਗਿਆ, ਐਸਪੀ ਸਾਹਿਬ ਵੀ ਤਬਦੀਲ ਹੋ ਗਏ, ਡੀਪੀਓ ਵੀ ਤਬਦੀਲ ਹੋ ਗਿਆ, ਪੂਰਾ ਅਮਲਾ ਹੀ ਤਬਦੀਲ ਹੋ ਗਿਆ। ਹੁਣ ਨਵਾਂ ਬੈਠਾ, ਹੁਣ ਨਵੇਂ ਕੋਲ ਅਸੀਂ ਡੀਪੀਓ ਕੋਲ ਗਏ, ਉਹਨੇ ਕਿਹਾ ਵੀ ਅਸੀਂ ਹੁਣ ਕੁਝ ਨਹੀਂ ਕਰ ਸਕਦੇ। ਉਹਨਾਂ ਨੇ ਲਿਖ ਛੋੜਿਆ, ਯਾਨੀ ਕਿ ਤੁਹਾਡੇ ਤਫਤੀਸ਼ੀ ਨੇ ਇਹਨਾਂ ਨੂੰ ਬੇਗੁਨਾਹ ਕਰ ਦਿੱਤਾ ਹੋਇਆ? ਕਰ ਦਿੱਤਾ ਹੈ ਸਾਰਿਆਂ ਨੂੰ। ਕੀ ਨਾਂ ਸੀ ਤਫਤੀਸ਼ੀ ਦਾ? ਰੱਬ ਨਵਾਜ਼ ਹੈ। ਰੱਬ ਨਵਾਜ਼ ਐਡਾ ਸੋਹਣਾ ਨਾਮ ਹੈਗਾ ਤੇ ਉਹਨੇ ਐਡਾ ਸੋਹਣਾ ਕੰਮ ਕਰ ਦਿੱਤਾ ਜੀ। ਇਹ ਪਤਾ ਨਹੀਂ ਕੀ ਮਾਂ ਦਾ ਪੁੱਤਰ ਹੈਗਾ ਸੀ ਜਿਹੜਾ ਰੱਬ ਨਵਾਜ਼ ਹੈਗਾ। ਰੱਬ ਨਵਾਜ਼ ਤਾਂ ਬੜਾ ਇੰਨਾ ਨਾਂ ਸੋਹਣਾ ਹੈਗਾ, ਉਹ ਨਾਮ ਨੂੰ ਵੀ ਇਹਨੇ ਲਾਜ ਲਾ ਕੇ ਰੱਖਤੀ। ਐਡਾ ਕੋਈ ਬੇਗੈਰਤ ਬੰਦਾ ਹੈਗਾ ਸੀ। ਤੁਸੀਂ ਹੁਣ ਆਖਰ ਦੇ ਵਿੱਚ ਕੀ ਚਾਹੁੰਦੇ ਹੋ? ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਧੀ ਦੇ ਕਤਲ ਦਾ ਇਨਸਾਫ ਤੁਹਾਨੂੰ ਮਿਲੇਗਾ? ਸਾਨੂੰ ਲੱਗਦਾ ਨਹੀਂ ਸੀ ਤੇ ਤਾਂ ਇੱਥੇ ਆਏ ਆ, ਤੇ ਸਾਨੂੰ ਅਸੀਂ ਇਹੀ ਹੱਥ ਬੰਨ੍ਹ ਕੇ ਬਾਰ-ਬਾਰ ਅਪੀਲ ਕਰਦੇ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਇਹਨਾਂ ਦੇ ਨੋਟਿਸ ਲਿਆ ਜਾਵੇ, ਇਹਨਾਂ ਨੂੰ ਪੁੱਛਿਆ ਦੱਸਿਆ ਜਾਵੇ ਵੀ ਕਿਉਂ ਤੁਸੀਂ ਰੱਦੋ ਬਦਲ ਕੀਤਾ ਹੈਗਾ। ਮਰੀਮ ਨਵਾਜ਼ ਸਾਹਿਬਾ ਨੇ ਇੱਕ ਨਵਾਂ ਡਿਪਾਰਟਮੈਂਟ ਬਣਾਇਆ ਸੀਸੀਡੀ ਦਾ, ਤੁਸੀਂ ਉੱਥੇ ਜਾ ਕੇ ਦਰਖਾਸਤ ਦਿੱਤੀ ਹੈ ਕਿ ਸਾਡੇ ਮੁਕੱਦਮੇ ਦੀ ਤਫਤੀਸ਼ ਸੀਸੀਡੀ ਕਰੇ? ਹਾਂਜੀ, ਨਹੀਂ ਅਸੀਂ ਉੱਥੇ ਨਹੀਂ ਸਰ ਗਏ ਸੀ। ਤੇ ਤੁਸੀਂ ਸੀਸੀਡੀ ਨੂੰ ਮੁਤਾਲਬਾ ਕਰੋ ਕਿ ਜੀ ਸਾਡੇ ਮੁਕੱਦਮੇ ਨੂੰ ਜਿਹੜਾ ਹੈਗਾ ਨਾ ਤੁਸੀਂ ਹੈਂਡਓਵਰ ਕਰੋ, ਸਾਨੂੰ ਇਨਸਾਫ ਦਿਲਾਓ। ਸੀਸੀਟੀ ਕੋਲੇ ਵੀ ਜਾਂਦੇ, ਉਹ ਵੀ ਇਦਾਂ ਹੀ ਕੰਮ ਹੈਗਾ, ਪੈਸੇ ਦਾ ਹਰ ਕੋਈ ਦੌਰ ਹੈਗਾ, ਪੈਸਾ ਲੈਂਦੇ ਉਹਨਾਂ ਨੇ ਵੀ ਇਦਾਂ ਕਰ ਦੇਣਾ। ਅਸੀਂ ਡਰਦੇ ਮਾਰੇ ਤਾਂ ਅਸੀਂ ਸੀਸੀਟੀ ਕੋਲੇ ਨਹੀਂ ਗਏ ਹੈਗੇ। ਸਾਨੂੰ ਪਤਾ ਲੱਗ ਗਿਆ ਵੀ ਇਹ ਵੀ ਇਦਾਂ ਹੀ ਕਰਨਾ ਇਹਨਾਂ ਨੇ, ਕਿਉਂ ਉਹਨਾਂ ਕੋਲੇ ਮਾਲ ਹੀ ਇੰਨਾ ਹੈਗਾ। ਤੁਹਾਡੇ ਦਿਮਾਗ ਤੇ ਉਹਦੇ ਭਰਾ ਇੰਨੇ ਬਾਅਸਰ ਹੈਗੇ ਨੇ ਕਿ ਹਰ ਡਿਪਾਰਟਮੈਂਟ ਨੂੰ ਖਰੀਦ ਲੈਣਗੇ। ਤੂੰ ਕਰੋੜ ਕਹੇ 2 ਕਰੋੜ ਕਹੇ ਤੈਨੂੰ ਦੇਣਗੇ। ਇਹ ਤਾਂ ਲੱਖਾਂ ਦੀ ਤਾਂ ਉਹਨਾਂ ਅੱਗੇ ਅੱਖਾਂ ਅੱਗੇ ਲੱਖ 2 ਲੱਖ ਤਾਂ ਕੋਈ ਚੀਜ਼ ਹੀ ਨਹੀਂ ਹੈਗੀ। ਤੇ ਫਿਰ ਤੁਸੀਂ ਕਿਵੇਂ ਪੂਰੀ ਉਮੀਦ ਕਿ ਮੈਂ ਇਨਸਾਫ ਲਵਾਂਗਾ ਇਸ ਸਿਸਟਮ ਤੋਂ, ਇਸ ਪੁਲਿਸ ਵਾਲਿਆਂ ਕੋਲੋਂ? ਬਹਰਹਾਲ ਮੇਰੀ ਕੋਸ਼ਿਸ਼ ਹੈਗੀ, ਗਰੀਬ ਬੰਦੇ ਅਸੀਂ ਤਾਂ ਵੀ ਜਿਹੜੇ ਅਦਾਰੇ ਆ ਬਣੇ, ਅਸੀਂ ਉਹਨਾਂ ਕੋਲ ਤੇ ਲਾਜ਼ਮੀ ਅਸੀਂ ਅਪੀਲ ਕਰਾਂਗੇ ਵੀ ਸਾਨੂੰ ਇਨਸਾਫ ਦਿੱਤਾ ਜਾਏ। ਦੇਣਗੇ, ਅੱਲਾ ਉਹਨਾਂ ਦਾ ਅਜ਼ਰ ਉਹਨਾਂ ਨੂੰ ਖੁਦਾ ਉਹਨਾਂ ਨੂੰ ਦੇਗਾ ਉਹਦਾ। ਤੇ ਮਰੀਮ ਨਵਾਜ਼ ਸਾਹਿਬਾ ਤੁਹਾਨੂੰ ਸੁਣਦੀ ਪਈ ਹੈ, ਉਹ ਵੀ ਇੱਕ ਔਰਤ ਹੈਗੀ ਹੈ, ਤੁਹਾਡੀ ਧੀ ਵੀ ਇੱਕ ਔਰਤ ਸੀ, ਇੱਕ ਬੱਚੇ ਦੀ ਮਾਂ ਸੀ, ਬੱਚੇ ਕੋਲੋਂ ਮਾਂ ਖੋਹ ਲਈ ਇਹਨਾਂ ਨੇ। ਉਹਨੂੰ ਕੀ ਮੁਤਾਲਬਾ ਕਰੋਗੇ ਕਿ ਜੀ ਮੈਨੂੰ ਇਨਸਾਫ ਦਿਓ? ਇਹੀ ਮੁਤਾਲਬਾ ਕਰਾਂਗੇ ਸਾਨੂੰ ਇਨਸਾਫ ਮਿਲੇ, ਬੱਚੇ ਨੂੰ ਨਾ ਮਾਂ ਦਾ ਪਿਆਰ ਮਿਲਿਆ ਨਾ ਬਾਪ ਦਾ ਮਿਲਿਆ। ਮਰੀਮ ਨਵਾਜ਼ ਤੁਹਾਡੇ ਅੱਗੇ ਹੱਥ ਬੰਨ੍ਹ ਲਿਆ, ਮੇਰੀ ਬੱਚੀ ਦਾ ਇਨਸਾਫ ਹੋਣਾ ਚਾਹੀਦਾ। ਅਸੀਂ ਮੰਨਾਂਗੇ ਵੀ ਮਰੀਮ ਨਵਾਜ਼ ਹੈ, ਸਾਨੂੰ ਯਕੀਨ ਹੋਣਾ ਚਾਹੀਦਾ। ਅਸੀਂ ਇੱਥੇ ਆਏ ਹਾਂ ਸਰ, ਮਰੀਮ ਨਵਾਜ਼ ਹੱਥ ਜੋੜਦੇ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਆਈਜੀ ਸਾਹਿਬ ਤੁਹਾਡੇ ਅੱਗੇ ਵੀ ਹੱਥ ਬੰਨ੍ਹ ਲਿਆ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਤੁਹਾਡੇ ਪੈਸੇ ਨੂੰ ਨਾ ਦੇਖੋ, ਅੱਲਾ ਨੂੰ ਦੇਖੋ, ਉਹਨੂੰ ਦੇਖ ਕੇ ਸਾਡਾ ਇਨਸਾਫ ਕਰੋ ਸਾਰੇ। ਤੇ ਜਿਨ੍ਹਾਂ ਨੇ ਤੁਹਾਡੇ ਕੇਸ ਨੂੰ ਖਰਾਬ ਕੀਤਾ ਹੈ, ਉਹਨਾਂ ਪੁਲਿਸ ਅਹਿਲਕਾਰਾਂ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਹੈ? ਉਹਨਾਂ ਨੂੰ ਇਹੀ ਨੋਟਿਸ ਲਿਆ ਚਾਹੀਦਾ ਵੀ ਤੁਸੀਂ ਇਹ ਕੰਮ ਕਿਉਂ ਕੀਤਾ। ਸਖਤ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ। ਜਿਹੜਾ ਐਸਪੀ ਸਾਹਿਬ ਹੈ, ਖੁਦ ਮਮਾਲੀ ਹੈ, ਚਰਸਾ ਪੀਂਦਾ, ਸ਼ਰਾਬ ਪੀਂਦਾ, ਇਹਨੂੰ ਹੋਸ਼ ਹੀ ਨਹੀਂ ਹੈਗਾ। ਸਾਨੂੰ ਬੰਦੇ ਨੇ ਦੱਸਿਆ ਤਾਂ ਚਰਚ ਪੀਂਦਾ ਹੈਗਾ। ਕੀ ਨਾਮ ਸੀ ਐਸਪੀ ਸਾਹਿਬ ਦਾ? ਫਰੂਕ ਕਮਿਆਣਾ। ਫਰੂਕ ਕਮਿਆਣਾ ਸਾਹਿਬ ਨਸ਼ਾ ਕਰਦੇ ਨੇ? ਹਾਂ, ਨਸ਼ਾ ਕਰਦੇ ਆ ਸਾਰੇ। ਉਹਨਾਂ ਦੇ ਕੋਲ ਤੁਸੀਂ ਗਏ ਸੀ, ਪੇਸ਼ ਹੋਏ ਸੀ? ਪੇਸ਼ ਹੋਏ ਸੀ ਤਾਂ ਅਸੀਂ ਇਹਨੂੰ ਗੱਲਾਂ ਦੱਸੀਆਂ ਤੇ ਸਾਨੂੰ ਝਿੜਕੀਆਂ ਦੇ ਕੇ ਬਾਹਰ ਕੱਢੇ। ਤੁਸੀਂ ਇਹਦੇ ਨਾਂ ਤੁਸੀਂ ਕਿਉਂ ਲਿਖਾਇਆ? ਤੁਸੀਂ ਦਮਾਨ ਦਾ ਉਹਦਾ ਨਾਂ ਲਿਖਾਓ, ਰਸ਼ੀਦ ਨੂੰ ਤੁਸੀਂ ਕਹੋ ਨਾ, ਤੁਸੀਂ ਇਹਨੂੰ ਕਿਉਂ ਕਹਿੰਦੇ? ਮੈਂ ਕਿਹਾ ਸਰ ਜਿਹਨੇ ਕਤਲ ਕੀਤਾ ਅਸੀਂ ਉਹਨੂੰ ਹੀ ਕਹਿਣਾ, ਅਸੀਂ ਉਹਨੂੰ ਕਿਉਂ ਕਹਾਂ ਜੀ? ਇਹ ਜਿਹੜੇ ਮੁਲਜ਼ਮਾਨ ਨੇ ਇਹ ਐਸਪੀ ਸਾਹਿਬ ਦੇ ਰਿਸ਼ਤੇਦਾਰ ਸਨ? ਮੈਂ ਕਿਹਾ ਇਹਨਾਂ ਮੇਰਾ ਖਿਆਲ ਕੋਈ ਇਹਨਾਂ ਨੇ ਧੀ ਦੇਣੀ ਹੋਣੀ ਇਹਨਾਂ ਨੇ, ਐਸਪੀ ਸਾਹਿਬ ਨੇ। ਕਿਉਂ ਇਹਨਾਂ ਨੂੰ ਦਿੱਤਾ? ਪੈਸੇ ਦੀ ਔਕਾਤ ਨਹੀਂ, ਇਨਸਾਨ ਨੂੰ ਇੱਜ਼ਤ ਦੀ ਹੁੰਦੀ ਹੈਗੀ। ਕੁਛ ਨਾ ਕੁਛ ਤਾਂ ਸਾਨੂੰ ਵੀ ਹੌਸਲਾ ਹੁੰਦਾ ਵੀ ਸਾਡੇ ਸਾਹਮਣੇ ਇਹਨਾਂ ਦੀ ਬੇਇੱਜ਼ਤੀ ਕੀਤੀ ਹੈ, ਕੁਝ ਕੀਤਾ, ਕੋਈ ਕੀਤਾ ਹੀ ਨਹੀਂ ਇਹਨਾਂ 'ਤੇ, ਕੋਈ ਐਕਸ਼ਨ ਲਿਆ ਹੀ ਨਹੀਂ ਹੈ। ਇੱਦਾਂ ਹੀ ਸਮਝਿਆ ਵੀ ਜਿਵੇਂ ਇਹ ਜਿਹੜੇ ਮੁਜਰਮ ਇਹਨਾਂ ਦੇ ਦਮਾਦ ਹੀ ਹੈਗੇ ਨੇ। ਤੁਹਾਨੂੰ ਗਾਲਾਂ ਕੱਢ ਕੇ ਦਫ਼ਤਰੋਂ ਕੱਢ ਦਿੱਤਾ ਤੇ ਇਹਨਾਂ ਨੂੰ ਪਿੱਛੇ ਭਾ ਲਿਆ।
नादरीन, ये कहानी थी सना के कत्ल की। और सना का दुखी बाप, यकीनन आपने इनकी गुफ्तगू से, आपने इनकी बातों से ये अंदाज़ा लगा लिया होगा कि इस बाप के इस दिल के अंदर कितनी तकलीफ़ होगी। इस बाप ने जब उस मुर्दा बेटी को देखा होगा, जिस बेटी को ये उस घर से वापस ले जाना चाहते थे, क्योंकि उसका शोहर किसी दूसरी औरत के साथ मज़े ले रहा था, क्योंकि 2 नंबरी की कमाई इन लोगों के पास इस कदर थी कि इन्होंने पुलिस के तमाम अफसरान को ख़रीद लिया और इनके हाथ में ये रद्दी के टुकड़े पकड़ा दिए। अब ये इंसाफ किससे मांगेंगे? मरियम साहिबा को तो वैसे फुर्सत नहीं है, वैसे तो वो कहती है कि मैं इस अवाम की, पंजाब की माँ हूँ, लेकिन इस माँ के दौर में जितनी माएँ बेमौत मारी गई हैं, तारीख़ में कोई ऐसी मिसाल नहीं मिलती। आईजी साहब, आप अपने जवानों के साथ खड़े होकर कहते हैं कि जी मेरी फ़ोर्स को गाली मत निकालें। ये बाप आज आपके तमाम अफसरान को गालियाँ निकाल रहा है, जिन अफसरान ने इनकी बेटी के कत्ल का सौदा किया है। खुदारा, आपको ये सोचना होगा, किसी भी बेटी के कत्ल की तफ्तीश जब आपके पास आती है तो आप यही समझकर तफ्तीश कीजिएगा कि ये किसी की बेटी नहीं, ये मेरी बेटी है। जिस दिन आप ये किसी की बेटी का दर्द खुद महसूस करेंगे ना, तो यकीनन आप अल्लाह की अदालत में भी सुरखरू होंगे और दुनिया की अदालत में भी आपको लोग इसी तरह जो है वो अच्छे अल्फाजों में याद करेंगे। लेकिन जब तक आप ऐसे गरीब मजलूम बाप और इस तरह के ऐसे कई माँ बाप के साथ उनके बच्चों के कत्ल का सौदा कर देंगे और अपनी ज़िंदगी को आप ऐशो इशरत के साथ गुजारेंगे, तो सोचें आपके घरों में इस कदर बीमारियां होंगी, आपके बच्चे अपाहिज हो जाएंगे और आप किसके लिए ये सारी दौलत इकट्ठी करेंगे? उन बच्चों के लिए जो अपने कदमों पर चल के वॉशरूम तक नहीं जा सकते। बहुत सारे ऐसे पुलिस अफसरान के बच्चों को मैं जानता हूं, उनकी फैमिली को मैं जानता हूं कि जिस तरह की बीमारियां उनके बच्चों को लगी है, उनकी बीवी को लगी है, उनकी मां को लगी है। और जिस दिन ये आईने के सामने खड़े होकर देख लेंगे कि इस बीमारी की वजह वो मेरी कमाई है जो मैं इस तरह के मजलूम लोगों के कत्लों का सौदा करके अपने बच्चों के ऐशो इशरत के लिए इकट्ठी करके लाते हूँ।